ਮਨੋਬਿਰਤੀਆਂ ਦੇ ਤਾਈਂ ਇਕਾਗਰ ਕਰਦਿਆਂ ਹੋਇਆਂ ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸੋ ਪਿਛਲੇ ਦੀਵਾਨਾਂ ਅੰਦਰ ਆਪ ਸਿੱਖ ਸੰਗਤਾਂ ਪ੍ਰਸੰਗ ਸਰਵਣ ਕਰਦੇ ਆ ਰਹੇ ਹੋ। ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦਾ ਪਾਵਨ ਇਤਿਹਾਸ ਚੱਲ ਰਿਹਾ ਹੈ। ਹੋਲੇ ਮਹੱਲੇ ਦੇ ਦਿਨਾਂ ਵਿੱਚ ਅੰਮ੍ਰਿਤ ਰੂਪ ਕਲਗੀਧਰ ਪਾਤਸ਼ਾਹ ਜੀ ਦੀ ਜੋ ਇਹ ਲੜੀਵਾਰ ਕਥਾ ਵਿਚਾਰ ਆਪ ਸੰਗਤਾਂ ਸਰਵਣ ਕੀਤੀ ਹੈ ਅਤੇ ਜੋ ਰੋਜ਼ ਸਰੋਤੇ ਸਰਵਣ ਕਰਨ ਆਉਂਦੇ ਸਨ, ਜੋ ਕਿ ਵਿੱਚੋਂ ਕਈ ਹੋਲੇ ਮਹੱਲੇ ਦੇ ਦਿਨਾਂ ਦੇ ਵਿੱਚ ਨਾ ਆਉਣ ਕਾਰਨ ਉਹਨਾਂ ਵੱਲੋਂ ਬੇਨਤੀ ਹੈ ਕਿ ਜਿੱਥੋਂ ਪ੍ਰਸੰਗ ਹੋਲੇ ਮਹੱਲੇ ਤੋਂ ਪਹਿਲੋਂ ਛੱਡਿਆ ਸੀ, ਉੱਥੋਂ ਪ੍ਰਸੰਗ ਦੁਬਾਰਾ ਜਿਹੜਾ ਹੈ ਉਹ ਲੜੀਵਾਰ ਸਰਵਣ ਕਰਵਾਇਆ ਜਾਵੇ। ਸੋ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ, ਸੰਗਤ ਦੇ ਹੁਕਮ ਨੂੰ ਸਵੀਕਾਰ ਕਰਦਿਆਂ ਹੋਇਆਂ ਜੋ ਇਹ ਲੜੀਵਾਰ ਹੋਲੇ ਮਹੱਲੇ ਦੇ ਦਿਨਾਂ ਤੋਂ ਪ੍ਰਥਮ ਜਿੱਥੋਂ ਸਮਾਪਤੀ ਹੋਈ ਸੀ, ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਨੂੰ ਗੁਰਤਾ ਦਾ ਤਿਲਕ ਮਿਲ ਚੁੱਕਾ ਹੋਇਆ ਸੀ, ਉੱਥੋਂ ਜਿਹੜੀ ਹੈ ਉਹ ਲੜੀਵਾਰ ਕਥਾ ਅੱਗੋਂ ਪ੍ਰਾਰੰਭ ਹੋਵੇਗੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਮਗਰੋਂ ਸਤਿਗੁਰਾਂ ਦੇ ਪਾਵਨ ਸੀਸ ਦਾ ਸੰਸਕਾਰ ਹੋਇਆ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨਗਰੀ, ਅਤੇ ਇੱਥੇ ਹੀ ਫਿਰ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੂੰ ਦਸਤਾਰਬੰਦੀ ਦਾ ਦਿਨ ਨਿਯੁਕਤ ਕਰਕੇ ਦੂਰਾਂ ਦੁਰਾਡਿਆਂ ਤੋਂ ਸਿੱਖ ਸੰਗਤਾਂ ਨੂੰ ਸੁਨੇਹੇ ਭੇਜੇ ਗਏ, ਆਮੰਤਰਿਤ ਕੀਤਾ ਗਿਆ। ਰਮਦਾਸਕੇ ਤੋਂ ਭਾਈ ਰਾਮ ਕੋਇਰ ਆਦਿ ਹੋਰ ਸਿੱਖ ਸੰਗਤਾਂ ਪਧਾਰੀਆਂ। ਬੇਅੰਤ ਸੰਗਤਾਂ ਦਾ ਵੱਡੀ ਗਿਣਤੀ ਵਿੱਚ ਇੱਥੇ ਇਕੱਠ ਹੋਇਆ ਅਤੇ ਜਿੱਥੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਹੈ ਭੋਰਾ ਸਾਹਿਬ ਦੇ ਨਿਕਟ, ਉੱਥੇ ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਸਭ ਤੋਂ ਪਹਿਲਾਂ ਭਾਈ ਰਾਮ ਕੌਰ ਜੀ, ਜੋ ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ਜ ਹਨ, ਉਹਨਾਂ ਵੱਲੋਂ ਦਸਤਾਰ ਦਿੱਤੀ ਗਈ, ਗੁਰਤਾ ਦਾ ਤਿਲਕ ਕਲਗੀ ਸਤਿਗੁਰਾਂ ਦੇ ਸੀਸ 'ਤੇ ਸਜਾਈ ਗਈ ਅਤੇ ਹੋਰ ਭੇਟਾਵਾਂ ਅਰਪਣ ਕੀਤੀਆਂ। ਉਪਰੰਤ ਜਿਹੜੇ ਗੁਰੂ ਕੁਲ ਵਿੱਚੋਂ ਸਾਹਿਬਜ਼ਾਦੇ ਆਏ ਸਨ, ਜੈਸੇ ਭੱਲਿਆਂ ਵਿੱਚੋਂ, ਫਿਰ ਤੇਹਣਾ ਵਿੱਚੋਂ, ਫਿਰ ਬੇਦੀਆਂ ਵਿੱਚੋਂ, ਉਹਨਾਂ ਵੱਲੋਂ ਦਸਤਾਰ ਦਿੱਤੀ ਗਈ। ਇਸੇ ਤਰ੍ਹਾਂ ਫਿਰ ਹੋਰ ਜਿਹੜੇ ਮਸੰਦ ਲੈ ਕੇ ਆਏ ਸਨ ਦਸਤਾਰਾਂ, ਸਤਿਗੁਰਾਂ ਨੂੰ ਦਸਤਾਰਬੰਦੀ ਹੋ ਚੁੱਕੀ ਹੈ। ਇਹ ਜਿਹੜੀ ਕਥਾ ਵਿਚਾਰ ਆਪਾਂ ਪਿਛਲੇ ਦਿਨ ਹੀ ਸਰਵਣ ਕਰ ਚੁੱਕੇ ਸਾਂ। ਇਸ ਤੋਂ ਅੱਗੋਂ ਪਾਵਨ ਜਿਹੜੀ ਕਥਾ ਹੈ ਉਹ ਪ੍ਰਾਰੰਭ ਹੋ ਰਹੀ ਹੈ। ਇਕਾਗਰਤਾ ਧਾਰਨ ਕਰਦਿਆਂ ਹੋਇਆਂ ਗੁਰੂ ਸਾਹਿਬਾਂ ਦਾ ਪਾਵਨ ਇਤਿਹਾਸ ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਰਤ ਮੇਵਰੋ ਪੇਖ ਅਰਦਾਸ। ਜਿਹੜਾ ਮੇਵੜਾ ਹੈ ਅਰਦਾਸੀਆ ਸਿੱਖ ਹੈ, ਉਹ ਸਤਿਗੁਰਾਂ ਦੇ ਅੱਗੋਂ ਅਰਦਾਸਾਂ ਕਰਦਾ ਹੈ। ਨਾਮ ਸੁਨਾਏ ਸਭਨ ਗੁਰ ਪਾਸ। ਤੇ ਸਭਨ ਨਾਮ ਸਾਰਿਆਂ ਹੀ ਸਿੱਖਾਂ ਦੇ ਸੇਵਕਾਂ ਦੇ ਜੋ ਜੋ ਜਿਸ ਜਿਸ ਤਰ੍ਹਾਂ ਦੀ ਭੇਟਾ ਲੈ ਕੇ ਆ ਰਿਹਾ ਹੈ, ਭੇਟਾ ਗੁਰਾਂ ਅੱਗੋਂ ਦੱਸ ਕੇ ਤੇ ਸਿੱਖ ਦਾ ਨਾਮ ਲੈ ਕੇ ਅਰਦਾਸ ਕਰਦਾ ਹੈ। ਪੰਚਾਮ੍ਰਿਤ ਹਜ਼ਾਰ ਕੋ ਆਇਓ। ਹਜ਼ਾਰਾਂ ਦਾ ਹੀ ਕੜਾ ਪ੍ਰਸ਼ਾਦ ਗੁਰਾਂ ਦੀ ਹਜ਼ੂਰੀ ਵਿੱਚ ਆਇਆ। ਲੈ ਗੁਰ ਨਾਮ ਸਕਲ ਵਰਤਾਇਓ। ਸਤਿਗੁਰਾਂ ਦੇ ਨਾਮ ਲੈ ਕੇ ਵੱਡੇ ਗੁਰੂ ਸਾਹਿਬਾਂ ਦੇ ਅਰਦਾਸਾਂ ਕਰਕੇ ਸਾਰੀ ਸੰਗਤ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ। ਸੰਗਤ ਉਤਰੀ ਜਿਸ ਜਿਸ ਥਾਨ। ਜਿਸ ਜਿਸ ਥਾਂ 'ਤੇ ਸੰਗਤਾਂ ਦਾ ਉਤਾਰਾ ਹੋਇਆ ਸੀ, ਕਿਉਂਕਿ ਅਨੰਦਪੁਰ ਸਾਹਿਬ ਨਗਰੀ ਦੇ ਚੌਗਿਰਦੇ ਹੀ
ਸੰਗਤਾਂ ਦੇ ਪੜਾਅ ਲੱਗੇ ਹੋਏ ਸਨ, ਤੰਬੂ ਲੱਗੇ ਹੋਏ ਸਨ। ਜਿੱਥੇ ਜਿੱਥੇ ਵੀ ਸੰਗਤਾਂ ਉਤਰੀਆਂ ਸਨ, ਕੀਨ ਪੁਚਾਵਨ ਤਹ ਤਹ ਜਾਨ। ਉੱਥੇ ਉੱਥੇ ਕੜਾ ਪ੍ਰਸ਼ਾਦ ਦੀ ਦੇਗ ਪਹੁੰਚਾਈ ਹੈ। ਸ਼ਬਦ ਰਬਾਬੀ ਗਾਵਤ ਤਹਾਂ। ਰਬਾਬੀ ਸਿੱਖ ਅੰਮ੍ਰਿਤ ਰੂਪ ਗੁਰਬਾਣੀ ਦੇ ਸ਼ਬਦ ਕੀਰਤਨ ਕਰਦੇ ਐ। ਬਸਤਰ ਸਹਿਤ ਧਨ ਦੀਨੋ ਮਹਾ। ਬਸਤਰਾਂ ਸੰਯੁਗਤ ਧਨ ਵੀ ਜਿਹੜਾ ਉਹ ਸਤਿਗੁਰਾਂ ਨੂੰ ਅਰਪਦੇ ਐ। ਇਕ ਪੌੜੀ ਢਾਡੀ ਜਬ ਲਾਈ। ਢਾਡੀ ਵੀ ਗੁਰਾਂ ਦੀ ਹਜ਼ੂਰੀ ਵਿੱਚ ਪਹੁੰਚਿਆ। ਢਾਡੀਆਂ ਨੇ ਇੱਕ ਪੌੜੀ ਲਾਈ ਹੈ ਜਿਸ ਵੇਲੇ ਮਨ ਭਾਵਤ ਬਖਸ਼ਿਸ਼ ਤਿਨ ਪਾਈ। ਤੇ ਸਤਿਗੁਰਾਂ ਦੇ ਕੋਲੋਂ ਮਨ ਭਾਉਂਦੀ ਬਖਸ਼ਿਸ਼ ਜਿਹੜੀ ਹੈ ਉਹ ਪ੍ਰਾਪਤ ਕੀਤੀ ਹੈ। ਭਾਟ ਕਲਾਵਤ ਆਦਿਕ ਜਾਚੇ। ਜਿਹੜੇ ਭੱਟ ਹੈ ਵੱਡਿਆਂ ਦਾ ਨਾਮ ਲੈ ਕੇ ਜਸ ਕਰਨ ਵਾਲੇ, ਕਲਾਵਤ ਜਿਹੜੇ ਨੱਚਣ ਵਾਲੇ ਹਨ, ਜਾਚਕ ਹੋਰ ਮੰਗਤੇ। ਦਰਬ ਸਰਬ ਕੋ ਦੇ ਗੁਰ ਸਾਚੇ। ਸੱਚੇ ਸਤਿਗੁਰੂ ਕਲਗੀਧਰ ਪਾਤਸ਼ਾਹ ਸਾਰਿਆਂ ਨੂੰ ਹੀ ਦਰਬ ਕਹੀਏ ਧਨ ਦਿੰਦੇ ਐ। ਬ੍ਰਿਪਨ ਦਾਨ ਅਦਕ ਹੀ ਪਾਇਓ। ਬ੍ਰਾਹਮਣਾਂ ਨੇ ਬਹੁਤ ਦਾਨ ਸਤਿਗੁਰਾਂ ਕੋਲੋਂ ਪ੍ਰਾਪਤ ਕੀਤਾ। ਸਭਨ ਆਸ਼ਿਖਾ ਬਾਦ ਅਲਾਇਓ। ਸਾਰਿਆਂ ਨੇ ਗੁਰਾਂ ਨੂੰ ਅਸੀਸਾਂ ਦਿੱਤੀਆਂ। ਜੁਗ ਜੁਗ ਜੀਓ। ਇਸ ਤਰ੍ਹਾਂ ਵੱਡੀਆਂ ਅਸੀਸਾਂ ਦਿੱਤੀਆਂ। ਅਥਵਾ ਸਤਿਗੁਰੂ ਜੀ ਸਾਰਿਆਂ ਨੂੰ ਅਸੀਸ ਨਾਮ ਆਸ਼ੀਰਵਾਦ ਦਿੰਦੇ ਐ। ਜਹ ਕਹਿ ਜਾਚਕ ਸੁਜਸ ਉਚਾਰ ਹੈ। ਜਿੱਥੇ ਕਿਥੇ ਜਾਚਕ ਸਤਿਗੁਰਾਂ ਕੋਲੋਂ ਦਾਨ ਪ੍ਰਾਪਤ ਕਰਕੇ ਵੱਡਾ ਜਸ ਕਰਦੇ ਐ। ਸ੍ਰੀ ਗੁਰ ਤੁਮ ਬਿਨ ਕੋ ਪ੍ਰਤਪਾਰ ਹੈ। ਸਤਿਗੁਰੂ ਜੀ ਤੁਹਾਡੇ ਬਿਨਾਂ ਸਾਡੀ ਕੌਣ ਪ੍ਰਤਪਾਲਨਾ ਕਰ ਸਕਦਾ ਹੈ। ਘਟ ਘਟ ਮਾਲਕ ਦੇਤੇ ਦਾਨ। ਘਟਾਂ ਘਟਾਂ ਦੇ ਮਾਲਕ ਹੋ ਤੁਸੀਂ, ਤੇ ਤੁਸੀਂ ਹੀ ਦਾਨ ਦਿੰਦੇ ਹੋ। ਲੈ ਤੁਮ ਤੇ ਸਭ ਖਾਏ ਜਹਾਨ। ਤੁਹਾਡੇ ਕੋਲੋਂ ਲੈ ਕੇ ਹੀ ਸਾਰਾ ਜਹਾਨ, ਸਾਰਾ ਸੰਸਾਰ ਛਕਦਾ ਹੈ। ਸਾਧਨ ਕੇਰ ਜਮਾਤ ਜੋ ਆਈ। ਸਾਧੂਆਂ ਦੀਆਂ ਜਮਾਤਾਂ ਵੀ ਗੁਰਾਂ ਦੀ ਹਜ਼ੂਰੀ ਵਿੱਚ ਆਈਆਂ ਸਨ। ਬਹੁਤ ਭੇਖਾਂ ਵਾਲੇ ਸੰਤ ਵੀ ਅਨੰਦਪੁਰ ਸਾਹਿਬ ਨਗਰੀ ਪਹੁੰਚੇ ਸਨ। ਰਣ ਸਿੰਘੇ ਤੁਰਰੀ ਸੋ ਬਜਾਈ। ਬੜੇ ਰਣ ਸਿੰਘੇ ਵੱਜ ਰਹੇ, ਤੁਰਰੀਆਂ ਵੱਜ ਰਹੀਆਂ ਸਨ। ਭਰ ਭਰ ਫੂਕੈ ਸੰਖ ਬਜਾਏ। ਫੂਕਾਂ ਭਰ ਭਰ ਕੇ ਸੰਖ ਵੀ ਵਜਾਏ ਜਾ ਰਹੇ ਸਨ। ਵੇਖ ਵੇਖ ਗੁਰ ਮੂਰਤ ਹਰ ਖਾਏ। ਵੇਖ ਵੇਖ ਕੇ ਸਤਿਗੁਰਾਂ ਦੀ ਮਨੋਹਰੀ ਮੂਰਤ ਬਹੁਤ ਖੁਸ਼ ਹੋ ਰਹੀਆਂ ਸੰਗਤਾਂ। ਉਤਸਵ ਭਇਓ ਸਭਨ ਮਹਿ ਭਾਰੀ। ਸਾਰੀਆਂ ਸੰਗਤਾਂ ਵਿੱਚ ਵੱਡਾ ਖੁਸ਼ੀ ਦਾ ਉਤਸਵ ਹੋਇਆ। ਖੁਸ਼ੀ ਦੇ ਬਹੁਤ ਮੰਗਲਾਚਾਰ ਹੋਏ। ਔਰ ਆਨੰਦ ਹਰਖਤ ਨਰ ਨਾਰੀ। ਅਨੰਦਪੁਰ ਸਾਹਿਬ ਨਗਰੀ ਅੰਦਰ ਪਹੁੰਚੀਆਂ ਸਿੱਖ ਸੰਗਤਾਂ, ਮਨੁੱਖ ਇਸਤਰੀਆਂ ਬਹੁਤ ਖੁਸ਼ ਹੈ। ਕਲਗੀ ਰਹੀ ਬਿਰਾਜ ਉਤੰਗਾ। ਕਲਗੀ ਸਤਿਗੁਰਾਂ ਦੇ ਸੀਸ ਦੇ ਉੱਪਰ ਉਤੰਗ ਨਾਮ ਉੱਚੀ ਵਿਰਾਜ ਰਹੀ ਹੈ। ਦਮਕਤ ਮੁਕਤਾ ਹੀਰਨ ਸੰਗਾ। ਜਿਹਦੇ ਵਿੱਚ ਹੀਰੇ ਮੋਤੀ ਜੜੇ ਹੋਏ ਬੜੇ ਦਮਕ ਰਹੇ, ਪ੍ਰਕਾਸ਼ ਰਹੇ ਹੈ। ਚਮਰ ਢੁਰਤ ਸੁਠ ਬਾਰੰਬਾਰਾ। ਬੜਾ ਸੁੰਦਰ ਚੌਰ ਗੁਰਾਂ ਦੇ ਸੀਸ ਤੇ ਮੋਹਰ ਮੂਹ ਵਾਰ ਵਾਰ ਝੁੱਲ ਰਿਹਾ ਹੈ। ਉਜਲ ਹੰਸ ਮਨਿੰਦ ਉਦਾਰਾ। ਜੋ ਕਿ ਉਜਵਲ ਹੰਸ ਦੀ ਨਿਆਈ ਸ਼ੋਭਾ ਪਾ ਰਿਹਾ ਹੈ। ਦਰਸੈ ਸ਼ੋਭਾ ਖਰੇ ਕਿਤੇਕ। ਕਿੰਨੇ ਕੁ ਖਲੋ ਕੇ ਸਿੱਖ ਗੁਰਾਂ ਦੇ ਦਰਸ਼ਨਾਂ ਦੀ ਇਹ ਸ਼ੋਭਾ ਜਿਹੜੀ ਵੇਖ ਰਹੇ ਹੈ। ਬੈਠ ਬਿਲੋਕਤ ਸਿੱਖ ਅਨੇਕ। ਅਨੇਕਾਂ ਸਿੱਖ ਬੈਠ ਕੇ ਦੀਵਾਨ ਵਿੱਚ ਗੁਰਾਂ ਦੀ ਪ੍ਰਤਿਭਾ ਵੇਖ ਰਹੇ ਹੈ। ਸਭ ਕੇ ਦ੍ਰਿਗ ਇੱਕ ਟਕ ਲਗ ਐਸੇ। ਸਾਰਿਆਂ ਦੇ ਨੇਤਰ ਗੁਰਾਂ ਦੇ ਮੁਖਾਰਬਿੰਦ ਉੱਪਰ ਇਸ ਤਰ੍ਹਾਂ ਇੱਕ ਟਕ ਲੱਗੇ ਐ। ਗਾਨ ਚਕੋਰ ਸਸ ਕੇ ਦੇਸ਼ ਜੈਸੇ। ਜਿਵੇਂ ਸਮੂਹ ਚਕੋਰਾਂ ਚੰਦਰਮਾ ਵੱਲ ਵੇਖਦੀਆਂ।
ਮਨ ਬਰਬਸ ਹੀ ਸਰਬ ਚੁਰਾਏ। ਬਰਬਸ ਬਦੋ ਬਦੀ ਸਾਰਿਆਂ ਦੇ ਮਨ ਜਿਹੜੇ ਐ ਉਹ ਚੁਰਾਏ ਗਏ, ਮੋਹੇ ਗਏ ਐ। ਜਨ ਸੂਰਜ ਮੁਖ ਕਮਲ ਖਿਰਾਏ। ਮਨੋ ਕਿ ਮੁਖ ਕਮਲ ਦੇ ਜਿਹੜਾ ਸਤਿਗੁਰਾਂ ਦਾ ਚਿਹਰਾ ਹੈ ਇਹ ਸੂਰਜ ਦੀ ਨਿਆਈ ਹੈ, ਤੇ ਸਿੱਖਾਂ ਦੇ ਮੁਖ ਕਮਲ ਦੀ ਨਿਆਈ ਖਿੜ ਗਏ ਐ। ਏਕ ਜਾਮ ਲਓ ਥਿਰ ਤਹਿ ਭਏ। ਇੱਕ ਜਾਮ ਇੱਕ ਪਹਿਰ ਤੱਕ ਇਸ ਤਰ੍ਹਾਂ ਸਤਿਗੁਰੂ ਜੀ ਦੀਵਾਨ ਵਿੱਚ ਸਜੇ ਰਹੇ। ਸਭਨ ਮਨੋਰਥ ਪੂਰਨ ਕੀਏ। ਸਾਰਿਆਂ ਦੇ ਮਨੋਰਥ ਸੰਕਲਪ ਜਿਹੜੇ ਉਹ ਪੂਰਨ ਹੋਏ ਐ। ਜਥਾ ਜੋਗ ਜੋ ਬੇਦੀ ਆਦ। ਜਥਾ ਉਚਿਤ ਜਿਹੜੇ ਵੇਦੀ ਸਨ, ਸਨਮਾਨੇ ਦੀਨੋ ਅਹਿਲਾਦ। ਸਤਿਗੁਰਾਂ ਉਹਨਾਂ ਦਾ ਸਨਮਾਨ ਕੀਤਾ, ਵੇਦੀਆਂ ਦਾ ਬੜਾ ਅਹਿਲਾਦ ਆਨੰਦ ਦਿੱਤਾ, ਖੁਸ਼ੀ ਦਿੱਤੀ। ਸੰਤ ਮਹੰਤ ਮਸੰਦ ਜੇ ਬ੍ਰਿੰਦ। ਜਿਹੜੇ ਵੱਡੇ ਵੱਡੇ ਸੰਤ, ਵੱਡੇ ਵੱਡੇ ਮਹੰਤ, ਸਮੂਹ ਮਸੰਦ ਜਿਹੜੇ ਸਨ, ਦੀਨ ਆਨੰਦ ਬਿਲੰਦ ਮੁਕੰਦ। ਮੁਕਤੀ ਦਾਤੇ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਉਹਨਾਂ ਸਭਨਾਂ ਨੂੰ ਵੱਡਾ ਆਨੰਦ ਦਿੱਤਾ। ਸਭ ਦੇਸ਼ ਦੇਖਤ ਉਠੇ ਗੁਸਾਈ। ਸਾਰਿਆਂ ਦੀ ਤਰਫ ਵੇਖ ਕੇ ਮੁਕਤੀ ਦਾਤੇ ਪ੍ਰਿਥਵੀ ਮਾਲਕ ਸਤਿਗੁਰੂ ਜੀ ਫਿਰ ਇਸ ਤਰ੍ਹਾਂ ਦਰਸ਼ਨ ਦੇਣ ਉਪਰੰਤ ਉੱਠੇ ਐ। ਘਰ ਧਾਰ ਧਨ ਸਰ ਦੁੱਤ ਬਹੁ ਪਾਈ। ਅਤੇ ਦੁੱਤ ਬਹੁ ਪਾਈ, ਕਰ ਹੱਥ ਦੇ ਵਿੱਚ ਸਤਿਗੁਰਾਂ ਦੇ ਧਨਖ ਹੈ ਅਤੇ ਸਰ ਨਾਮ ਤੀਰ ਹੈ ਜੋ ਬੜੀ ਦੁੱਤ ਸ਼ੋਭਾ ਪਾ ਰਿਹਾ ਹੈ। ਸਾਥ ਕਿਰਪਾਲ ਲਈ ਚੱਲ ਆਏ। ਤੇ ਮਾਮਾ ਕਿਰਪਾਲ ਚੰਦ ਜੀ ਨੂੰ ਨਾਲ ਲੈ ਕੇ ਆਏ ਐ। ਜੇਤ ਕਿਤ ਸਿੱਖ ਸੰਗਤ ਸਮੁਦਾਏ। ਕਿਥੇ ਕਿਥੇ ਸਮੂਹ ਸਿੱਖ ਸੰਗਤਾਂ ਹਨ। ਗਰੀਬ ਬਾਜ਼ਾਰਨ ਖਰੇ ਨਿਹਾਰੈ। ਗਲੀਆਂ ਬਾਜ਼ਾਰਾਂ ਵਿੱਚ ਸੰਗਤਾਂ ਖਲੋਤੀਆਂ ਗੁਰਾਂ ਦੇ ਦਰਸ਼ਨ ਕਰ ਰਹੀਆਂ। ਬੰਦ ਬੰਦ ਕਰ ਬੰਧਨ ਧਾਰੈ। ਦੋਨੋਂ ਹੱਥ ਜੋੜ ਜੋੜ ਗੁਰਾਂ ਨੂੰ ਨਮਸਕਾਰਾਂ ਕਰ ਰਹੀਆਂ। ਮੰਦ ਮੰਦ ਗਮਨੇ ਨਿਜ ਪੌਰ। ਹੌਲੀ ਹੌਲੀ ਆਪਣੇ ਘਰ ਦੇ ਪੌਰ ਦਰਵਾਜ਼ੇ ਵੱਲ ਪਾਤਸ਼ਾਹ ਜਾ ਰਹੇ ਐ। ਪਹੁੰਚਤ ਭੇ ਸੋਢੀ ਸਿਰ ਮੌਰ। ਸੋਢੀ ਕੁਲ ਸਿਰ ਮੌਰ ਪਾਤਸ਼ਾਹ ਇਸ ਤਰ੍ਹਾਂ ਮਹਿਲਾਂ ਵੱਲ ਗਏ ਐ। ਪੁੱਤਰ ਤੁਰੰਗ ਤੇ ਅੰਤਰ ਗਏ। ਘੋੜੇ ਤੋਂ ਉਤਰ ਕੇ ਸਤਿਗੁਰੂ ਜੀ ਫਿਰ ਅੰਦਰ ਪ੍ਰਵੇਸ਼ ਹੋਏ ਐ। ਜੁਗ ਮਾਤਨ ਕੋ ਦੇਖਤ ਭਏ। ਘਰ ਵਿੱਚ ਦੋਨੋਂ ਮਾਤਾਵਾਂ ਦੇ ਦਰਸ਼ਨ ਕੀਤੇ ਆ ਜਾ ਕੇ। ਪ੍ਰਥਮ ਨਾਨਕੀ ਕੋ ਕਰ ਨਮੋ। ਪਹਿਲੋਂ ਦਾਦੀ ਮਾਤਾ ਨਾਨਕੀ ਜੀ ਦੇ ਚਰਨਾਂ ਤੇ ਕਲਗੀਧਰ ਪਾਤਸ਼ਾਹ ਜੀ ਨੇ ਨਮਸਕਾਰ ਕੀਤੀ। ਵੇਖ ਪੌਤਰੇ ਕੀ ਸ਼ਾਬ ਤਿਹ ਸਮੋ। ਪੋਤਰੇ ਧੰਨ ਕਲਗੀਧਰ ਪਾਤਸ਼ਾਹ ਜੀ ਦੀ ਸ਼ੋਭਾ ਵੇਖੀ ਹੈ ਨਾ ਉਸ ਸਮੇਂ ਜਦੋਂ ਦਾਦੀ ਮਾਤਾ ਨੇ। ਆਤ ਆਨੰਦ ਮੈਂ ਹਿਰਦੈ ਹੋਈ। ਮਾਤਾ ਜੀ ਬਹੁਤ ਹਿਰਦੇ ਵਿੱਚ ਆਨੰਦਿਤ ਹੋਏ। ਚਿੰਤਾ ਸੰਕਟ ਮਨ ਤੇ ਖੋਈ। ਮਨ ਵਿੱਚੋਂ ਸਾਰੀ ਚਿੰਤਾ ਫਿਕਰ ਸੰਕਟ ਉਹ ਨਾਸ ਕਰ ਦਿੱਤਾ। ਫਿਕਰ ਲੈ ਗਿਆ, ਚਿੰਤਾ ਬੜੀ ਸੀ ਪੁੱਤਰ ਦੇ ਸ਼ਹੀਦ ਹੋ ਜਾਣ ਦੀ, ਤੇ ਪੋਤਰੇ ਦਾ ਪ੍ਰਤਾਪ ਵੇਖਿਆ ਤੇ ਚਿੰਤਾ ਮੁਕਤ ਹੋ ਗਿਆ ਹਿਰਦਾ। ਨਿਕਟ ਬਿਠਾਏ ਸੁੰਗਤੀ ਭਾਲ। ਕੋਲ ਬਿਠਾ ਕੇ ਪੋਤਰੇ ਦਾ ਭਾਵ ਕਲਗੀਧਰ ਪਾਤਸ਼ਾਹ ਜੀ ਦਾ ਮੁਖ ਚੁੰਮਦੇ ਐ, ਮੱਥਾ ਚੁੰਮਦੇ ਐ। ਵਾਰਿਓ ਉਪਰ ਦਰਬ ਵਿਸਾਲ। ਬਹੁਤ ਧਨ ਪੋਤਰੇ ਦੇ ਸੀਸ ਤੋਂ ਵਾਰਿਆ। ਪਠਿਓ ਵਹਿਰ ਜਾਚਕਿਨ ਦੀਜੈ। ਵਾਰਿਆ ਹੋਇਆ ਧਨ ਬਾਹਰ ਭੇਜਿਆ ਸਿੱਖਾਂ ਦੁਆਰਾ। ਜਾਓ ਭਾਈ, ਜਿਹੜੇ ਜਾਚਕ ਮੰਗਣ ਵਾਲੇ ਆਏ ਉਹਨਾਂ ਨੂੰ ਜਾ ਕੇ ਦੇ ਦਿਓ। ਸਭ ਤੇ ਸ਼ੋਭਾ ਅਸ਼ੀਸ਼ ਕੋ ਲੀਜੈ। ਸਾਰਿਆਂ ਦੇ ਕੋਲੋਂ ਜਿਹੜੀ ਸ਼ੁਭ ਸ੍ਰੇਸ਼ਟ ਅਸੀਸ ਹੈ ਉਹ ਪ੍ਰਾਪਤ ਕਰੋ। ਇਤਵਤ ਭਈ ਬਾਕ ਬਰ ਪਤ ਕੇ। ਅਤੇ ਇਸ ਤਰ੍ਹਾਂ ਕਹਿੰਦੇ ਹੋਇਆਂ ਬਰ ਸ੍ਰੇਸ਼ਟ ਪਤੀ ਦੇਵ ਧੰਨ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਬਚਨਾਂ ਨੂੰ ਦਾਦੀ ਮਾਤਾ ਜੀ ਚਿਤਵਦੇ ਆ, ਯਾਦ ਕਰਦੇ ਆ। ਭਾਖੇ ਚਿਰੰਕਾਲ ਭਾਹਿਤ ਕੇ। ਇਹਦੇ ਚਿਰੰਕਾਰ ਲੰਮਾ ਸਮਾਂ ਹੋ ਗਿਆ
ਤੇ ਲੰਮੇ ਸਮੇਂ ਤੋਂ ਹੀ ਜਿਹੜੇ ਵਚਨ ਕਹੇ ਸੀ ਸੁਆਮੀ ਸਤਿਗੁਰਾਂ ਨੇ, ਉਹਨਾਂ ਨੂੰ ਮਾਤਾ ਜੀ ਚਿਤਵਦੇ ਯਾਦ ਕਰਦੇ ਐ। ਪੌਤਰਾ ਹੋਏ ਵਿਸਾਲ ਪ੍ਰਤਾਪੀ, ਕਦੇ ਧੰਨ ਮੇਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤੇ ਸੀ ਕਿ ਹੇ ਸੁਭਦਰੇ, ਤੇਰੇ ਘਰੇ ਬਹੁਤ ਤੇਜ ਪ੍ਰਤਾਪ ਵਾਲਾ ਪੋਤਰਾ ਹੋਵੇਗਾ। ਪਾਪੀ ਨਰਨ ਕਲਾਪਨ ਖਾਪੀ, ਜੋ ਸਮੂਹ ਪਾਪੀ ਮਨੁੱਖਾਂ ਦਾ ਨਾਸ ਕਰੇਗਾ, ਦੁਸ਼ਟ ਦੋਖੀਆਂ ਦਾ ਵਿਨਾਸ਼ ਕਰੇਗਾ। ਸ੍ਰੀ ਨਾਨਕ ਕੋ ਉਜਲ ਨਾਮੋ, ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਮ ਨੂੰ ਉਜਵਲ ਕਰੇਗਾ। ਕਰਹਿ ਅਦਕਤਾ ਜਗ ਅਬਿਰਾਮੋ, ਜਗਤ ਦੇ ਵਿੱਚ ਅਦਕਤਾ ਨਾਮ ਬਹੁਤ ਜ਼ਿਆਦਾ, ਅਬਰਾਮ ਨਾਮ ਸੁੰਦਰ, ਸ੍ਰੇਸ਼ਟ ਨਾਮ ਉਜਵਲ ਕਰੇਗਾ ਤੇਰਾ ਪੋਤਰਾ। ਸਿਮਰ ਸਿਮਰ ਸੁਖ ਪਾਏ ਬਡੇਰਾ, ਇਹ ਸਿਮਰ ਸਿਮਰ ਯਾਦ ਕਰ ਕਰਕੇ ਆਪਣੇ ਸੁਆਮੀ ਪਤੀ ਦੇਵ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨਾਂ ਨੂੰ ਮਾਤਾ ਨਾਨਕੀ ਜੀ ਬੜਾ ਸੁਖ ਪਾ ਰਹੇ ਐ। ਬਾਰ ਬਾਰ ਤਬ ਸ਼੍ਰੀ ਮੁਖ ਹੇਰਾ, ਇਹ ਵਾਰੰਵਾਰ ਪੋਤਰੇ ਦੇ ਸੁਭਾਏਮਾਨ ਮੁਖਾਰਬਿੰਦ ਨੂੰ ਵੇਂਦੇ ਐ। ਹਾਥ ਸਪਰਸ਼ਤ ਸੋਤ ਕੇ ਸੋਤ ਕੋ, ਪੁੱਤਰ ਦੇ ਸੀਸ ਤੇ ਹੱਥ ਫੇਰਦੇ ਆ। ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ, ਉਹਨਾਂ ਦੇ ਪੁੱਤਰ ਕਲਗੀਧਰ ਪਾਤਸ਼ਾਹ ਜੀ ਦੇ ਮੁਖ ਤੇ ਸੀਸ ਤੇ ਦਾਦੀ ਮਾਤਾ ਜੀ ਹੱਥ ਫੇਰਦੇ ਐ। ਤਜਿਓ ਸ਼ੋਕ ਧਰ ਆਨੰਦ ਚਿਤ ਕੋ, ਜਿਹੜਾ ਸ਼ੋਕ ਸੀ ਉਹ ਤਿਆਗ ਦਿੱਤਾ, ਚਿੱਤ ਵਿੱਚ ਬੜਾ ਆਨੰਦ ਹੋਇਆ, ਬੜੀ ਖੁਸ਼ੀ ਹੋਈ। ਪੁਨ ਗੁਜਰੀ ਕੋ ਬੰਧਨ ਕਰੀ, ਉਪਰੰਤ ਫਿਰ ਮਾਤਾ ਗੁਜਰੀ ਜੀ ਨੂੰ ਸਤਿਗੁਰਾਂ ਨਮਸਕਾਰ ਕੀਤੀ, ਆਪਣੇ ਮਾਤਾ ਸ਼੍ਰੀ ਜੀ ਨੂੰ। ਬੋਲੀ ਆਜ ਧਨ ਇਹ ਘੜੀ, ਮਾਤਾ ਗੁਜਰੀ ਜੀ ਕਹਿੰਦੇ ਅੱਜ ਦੀ ਘੜੀ ਧਨਤਾ ਜੋਗ ਹੈ। ਵਾਰਤ ਸਿਰ ਪਰ ਧਨ ਕੀ ਥਾਤੀ, ਆਪਣੇ ਪੁੱਤਰ ਦੇ ਸਿਰ ਤੋਂ ਮਾਤਾ ਗੁਜਰੀ ਜੀ ਧਨ ਦੀ ਥੈਲੀ ਵਾਰਦੇ ਐ। ਕਰੀ ਹਰਖ ਭਰ ਸੀਤਲ ਛਾਤੀ, ਬਹੁਤ ਖੁਸ਼ ਹੋਏ ਐ ਤੇ ਛਾਤੀ ਸ਼ੀਤਲ ਕੀਤੀ ਹੈ, ਠੰਡਕ ਪਈ ਹੈ ਛਾਤੀ ਨੂੰ। ਇਸ ਬੇਦ ਮੇਲ ਜੁਗ ਮਾਤਨ ਸਾਥ, ਇਸ ਤਰ੍ਹਾਂ ਦੋਨੋਂ ਮਾਤਾਵਾਂ ਨੂੰ ਮਿਲਣ ਉਪਰੰਤ ਬੈਠੇ ਅਪਰ ਥਾਨ ਪੁਨ ਨਾਥ, ਸੁਆਮੀ ਧੰਨ ਕਲਗੀਧਰ ਪਾਤਸ਼ਾਹ ਜੀ ਫਿਰ ਅਪਰ ਥਾਨ ਹੋਰ ਥਾਂ ਤੇ ਜਾ ਕੇ ਬੈਠ ਗਏ ਐ। ਅਨਕ ਬਿਦਨ ਕੇ ਭੋਜਨ ਬਨੇ, ਨਾਨਾ ਤਰ੍ਹਾਂ ਦੇ ਭੋਜਨ ਤਿਆਰ ਸਨ ਗੁਰੂ ਘਰ ਦੇ ਵਿੱਚ। ਸਵਾਦਤ ਘਨੇ ਸਕਲ ਰਸ ਸਨੇ, ਬੜੇ ਸਵਾਦਿਸ਼ਟ ਭੋਜਨ ਬਣੇ ਹੋਏ ਸਨਗੇ, ਘਣੇ ਬਹੁਤੇ ਰਸ ਨਾਲ ਭਰੇ ਹੋਏ। ਥਾਰ ਪਰੋਸਿਓ ਜੋਤ ਚਤੁਰਾਈ, ਬੜੀ ਚਤੁਰਾਈ ਨਾਲ, ਸਮਝਦਾਰੀ ਨਾਲ, ਸਿਆਣਪ ਨਾਲ ਜਿਹੜੇ ਗੁਰਾਂ ਦੇ ਗੜਵਈ, ਗੁਰਾਂ ਦੇ ਹਜ਼ੂਰੀ ਗੁਰਸਿੱਖ ਹਨ, ਉਹਨਾਂ ਨੇ ਸਤਿਗੁਰਾਂ ਵਾਸਤੇ ਸੋਹਣਾ ਥਾਲ ਪਰੋਸਿਆ। ਪੁਰਸ਼ ਸਲਵਨ ਤਿਕਤ ਮਧੁਰਾਈ, 4 ਪ੍ਰਕਾਰ ਦੇ ਭੋਜਨ ਵਿੱਚ ਪਰੋਸੇ ਹਨਗੇ, ਜਿਨ੍ਹਾਂ ਵਿੱਚੋਂ ਇਹ ਤੁਰਸ਼ ਨਾਮ ਖੱਟੇ, ਸਲਵਣ ਨਾਮ ਲੂਣ ਵਾਲੇ ਤੇ ਤਿਕਤ ਨਾਮ ਜਿਹੜੇ ਤਿੱਖੇ ਭਾਵ ਮਿਰਚ ਮਸਾਲੇ ਵਾਲੇ, ਅਤੇ ਫਿਰ ਨਾਲ ਮਿੱਠੇ ਜਿਹੜੇ ਇਹ ਭੋਜਨ ਪਰੋਸੇ ਹੈ। ਭਲੇ ਅਸ਼ਾਦਨ ਕਰ ਕੇ ਲਿਆਇਓ, ਭਲੀ ਪ੍ਰਕਾਰ ਭੋਜਨ ਪਰੋਸ ਕੇ ਤੇ ਭੋਜਨ ਨੂੰ ਫਿਰ ਅਸ਼ਾਦ ਕੇ ਢੱਕ ਕੇ ਤੇ ਲਾਂਗਰੀ ਸਿੱਖ ਲਿਆਏ ਹੈ। ਚੌਂਕੀ ਪਰ ਗੁਰ ਅਗਰ ਟਿਕਾਇਓ, ਚੌਂਕੀ ਦੇ ਉੱਤੇ ਸਤਿਗੁਰਾਂ ਦੇ ਅੱਗੋਂ ਭੋਜਨ ਰੱਖ ਦਿੱਤਾ ਹੈ। ਅਚਵਤ ਭਏ ਸਵਾਦ ਕੋ ਪਾਏ, ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਬੜਾ ਸਵਾਦਿਸ਼ਟ ਭੋਜਨ ਛਕਣ ਲੱਗੇ ਹੈ ਤੇ ਛਕਦਿਆਂ ਬੜਾ ਸਵਾਦ ਚਖਿਆ ਹੈ। ਬਖਸ਼ਿਓ ਪਾਚਕ ਧਨ ਸਮੁਦਾਏ, ਜਿਹੜੇ ਰਸੋਈਏ ਸਨ, ਲਾਂਗਰੀ ਸਿੱਖ ਸਨ, ਉਹਨਾਂ ਨੂੰ ਬਹੁਤ ਧਨ ਸਤਿਗੁਰਾਂ ਨੇ ਬਖਸ਼ਿਆ ਹੈ।
ਭਇਓ ਨਿਹਾਲ ਸੁਜਸ ਕੋ ਠਾਨਤ। ਤੇ ਨਿਹਾਲ ਹੋ ਕੇ ਕਰਤਾਰਥ ਹੋ ਕੇ ਗੁਰਾਂ ਦੀਆਂ ਖੁਸ਼ੀਆਂ ਲੈ ਕੇ ਗੁਰਾਂ ਦਾ ਜਸ ਕਰਦੇ ਆ ਲਾਂਗਰੀ ਸਿੱਖ। ਜਹ ਕਹਿ ਸੰਗਤ ਬਿਖੈ ਬਖਾਨਤ। ਜਿੱਥੇ ਕਿੱਥੇ ਸੰਗਤ ਦੇ ਵਿੱਚ ਵੱਡਾ ਜਸ ਹੋ ਰਿਹਾ, ਗੁਰਾਂ ਦਾ ਜਸ ਕਰਦੇ ਆ ਲਾਂਗਰੀ ਸਿੱਖ। ਬਾਹੁਰ ਦੇਗ ਸਭ ਮਹਿ ਵਰਤਾਈ। ਫਿਰ ਸਾਰੀ ਸੰਗਤ ਦੇ ਵਿੱਚ ਦੇਗ ਵਰਤੀ ਹੈ, ਲੰਗਰ ਵਰਤਿਆ ਹੈ। ਜੋ ਆਵੈ ਸੋ ਲੇ ਤ੍ਰਿਪਤਾਈ। ਜੋ ਵੀ ਕੋਈ ਆਉਂਦਾ ਹੈ ਉਹ ਲੰਗਰ ਵਿੱਚ ਪੰਗਤ ਵਿੱਚ ਬੈਠਦਾ ਹੈ, ਭੋਜਨ ਛਕਦਾ ਹੈ ਤੇ ਤ੍ਰਿਪਤ ਹੁੰਦਾ ਹੈ। ਸਵਾਦਿਲ ਭੋਜਨ ਖਾਏ ਕਨੇਰੇ। ਸਵਾਦਿਸ਼ਟ ਭੋਜਨ ਬਹੁਤ ਸਿੱਖ ਸੰਗਤਾਂ ਛਕ ਰਹੀਆਂ ਹਨ, ਜਾਂ ਬਹੁਤ ਤਰ੍ਹਾਂ ਦੇ ਸਵਾਦਿਸ਼ਟ ਭੋਜਨ ਸੰਗਤਾਂ ਛਕ ਰਹੀਆਂ। ਟੋਟ ਨਾ ਜਿਸ ਕੀ ਖਰਚ ਵਡੇਰੇ। ਤੇ ਤੋਟ ਕੋਈ ਨਹੀਂ, ਭਾਵ ਕਮੀ ਕੋਈ ਨਹੀਂ। ਬੇਅੰਤ ਪਦਾਰਥ ਪਕਵਾਨ ਤਿਆਰ ਹੋਏ, ਸੰਗਤਾਂ ਜਿਹੜੀਆਂ ਉਹ ਛਕ ਰਹੀਆਂ। ਬਹੁਤ ਖਰਚ ਲਾ ਕੇ ਤਿਆਰ ਕੀਤੇ ਹੈ। ਬਰਤਨ ਲੱਗੀ ਦੁਪਹਿਰੇ ਕਾਲਾ। ਦੁਪਹਿਰ ਕਾਲ ਤੋਂ ਜਦੋਂ ਗੁਰਾਂ ਨੂੰ ਗੁਰਤਾ ਦਾ ਤਿਲਕ ਹੋ ਗਿਆ, ਸਤਿਗੁਰੂ ਜੀ ਉੱਠ ਕੇ ਆ ਗਏ ਦੀਵਾਨ ਵਿੱਚੋਂ, ਉਪਰੰਤ ਪ੍ਰਸ਼ਾਦਾ ਵਰਤਣ ਲੱਗ ਪਿਆ। ਤੇ ਉਦੋਂ ਤੋਂ ਲੈ ਕੇ ਫਿਰ ਨਿਰੰਤਰ ਲੰਗਰ ਚੱਲ ਪਿਆ। ਦੇਤ ਲੇਤ ਨਰ ਆਵਤ ਜਾਲਾ। ਤੇ ਦੇਤ ਲੇਤ ਅਨੇਕਾਂ ਹੀ ਆ ਕੇ ਲੰਗਰ ਵਿੱਚ ਨਾਨਾ ਤਰ੍ਹਾਂ ਦੀਆਂ ਵਸਤੂਆਂ ਦਿੰਦੇ, ਚੜਾਉਂਦੇ ਵੀ ਆ, ਕੋਈ ਰਸਤਾਂ ਵਸਤਾਂ ਲਿਆ ਰਹੇ ਆ ਤੇ ਲੰਗਰ ਵਿੱਚ ਬੈਠ ਕੇ ਛਕਦੇ ਵੀ ਹੈ। ਇਸ ਤਰ੍ਹਾਂ ਦੇਤ ਲੇਤ ਬਹੁ ਗਿਣਤੀ ਵਿੱਚ ਸੰਗਤਾਂ ਭੋਜਨ ਛਕਦੀਆਂ ਤੇ ਪਕਵਾਨ ਛਕਦੀਆਂ, ਨਾਲੇ ਸੁੱਕੀਆਂ ਰਸਤਾਂ ਹਾਜ਼ਰ ਕਰਦੀਆਂ ਲਿਆ ਕੇ। ਜਾਮ ਨਿਸਾ ਲਗ ਤਿਸੀ ਪ੍ਰਕਾਰਾ। ਪਹਿਰ ਰਾਤ ਲੰਘੀ ਤੱਕ ਇਸੇ ਤਰ੍ਹਾਂ ਵੱਡੀ ਗਿਣਤੀ ਵਿੱਚ ਭੀੜਾ ਲੰਗਰ ਵਿੱਚ ਬਣੀ ਰਹੀ ਤੇ ਪ੍ਰਸ਼ਾਦਾ ਚੱਲਦਾ ਰਿਹਾ। ਸਿੱਖ ਸੰਗਤ ਅਚਵੰਤ ਆਹਾਰਾ। ਸਮੂਹ ਸਿੱਖ ਸੰਗਤਾਂ ਭੋਜਨ ਛਕਦੀਆਂ। ਦਿਨ ਪ੍ਰਤ ਰੀਤ ਇਹੀ ਠਹਿਰਾਈ। ਪ੍ਰਤੀ ਦਿਨ ਇਹੀ ਰੀਤ, ਇਹੀ ਮਰਜ਼ਾਦਾ ਜਿਹੜੀ ਸਤਿਗੁਰਾਂ ਠਹਿਰਾਈ ਹੈ। ਸੰਗਤ ਆਏ ਵਧਤ ਅਧਕਾਈ। ਬਹੁ ਗਿਣਤੀ ਵਿੱਚ ਸੰਗਤ ਜਿਹੜੀ ਉਹ ਵੱਧ ਰਹੀ ਹੈ, ਰੋਜ਼ ਸੰਗਤ ਚੱਲ ਕੇ ਆਉਂਦੀ ਹੈ। ਦੇਸ਼ਨ ਦੇਸ਼ ਸੁਨਤ ਸੁਧ ਜਿਉ ਜਿਉ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਵੀ ਜਿਵੇਂ ਜਿਵੇਂ ਸੂਚਨਾ ਇਹ ਪਹੁੰਚਦੀ ਹੈ, ਸੁਧ ਖਬਰ ਪਹੁੰਚਦੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਸੱਚਖੰਡ ਨੂੰ ਚਲੇ ਗਏ ਹੈ, ਤੇ ਉਹਨਾਂ ਦੇ ਆਸਣ ਦੇ ਉੱਪਰ ਹੁਣ ਉਹਨਾਂ ਦੇ ਸੁਪੁੱਤਰ ਧੰਨ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਬੜੇ ਜੋ ਜਲਾਲ ਦੇ ਨਾਲ ਸ਼ੋਭਤ ਰਹੇ, ਪ੍ਰਕਾਸ਼ਿਤ ਹੋ ਰਹੇ ਹੈ। ਦਰਸ਼ਨ ਅਭਿਲਾਖੀ ਸਿੱਖ ਪਹੁੰਚਦੇ ਆ ਸ੍ਰੀ ਅਨੰਦਪੁਰ ਸਾਹਿਬ ਨਗਰੀ। ਚੱਲੇ ਆਏ ਸਿੱਖਨ ਗਨ ਤਿਉ ਤਿਉ। ਤਿਵੇਂ ਤਿਵੇਂ ਸਿੱਖਾਂ ਦੇ ਗਨ ਨਾਮ ਸਮੁਦਾਇ ਬਹੁਤ ਵੱਡੀ ਗਿਣਤੀ ਵਿੱਚ ਸਿੰਘਾਂ ਦੇ ਜਥੇ ਪਹੁੰਚਦੇ ਆ। ਜੋ ਮਸੰਦ ਜਿਸ ਜੋਗ ਵਡਾਈ। ਜਿਹੜਾ ਮਸੰਦ ਜਿਤਨੇ ਸਤਕਾਰ ਦੇ ਯੋਗ ਹੈ, ਲਾਇਕ ਹੈ, ਸਿਰੇ ਪਾਉ ਦੇ ਕਰਤ ਵਿਦਾਈ। ਸਤਿਗੁਰੂ ਜੀ ਉਹ ਜਿਹਾ ਸਿਰੋਂ ਪਾਉ ਦੇ ਕੇ ਤੇ ਉਹਨਾਂ ਨੂੰ ਵਿਦਾ ਕਰਦੇ ਆ। ਜਿੰਨਾ ਜਿੰਨੀ ਕੋਈ ਅਹੁਦਾ ਰੱਖਦਾ, ਗੁਰੂ ਘਰ ਵਿੱਚ ਯੋਗਿਅਤਾ ਲਾਇਕਤਾ ਰੱਖਦਾ, ਉਹਦੇ ਅਨੁਸਾਰ ਸਤਿਗੁਰੂ ਜੀ ਉਹਨਾਂ ਨੂੰ ਅਦਬ ਸਤਿਕਾਰ ਦੇ ਕੇ ਵਿਦਾ ਕਰਦੇ ਆ। ਤਿਮ ਸਿੱਖਨ ਕੋ ਦੇਤ ਹਕਾਰਤ। ਇਸ ਤਰ੍ਹਾਂ ਸਿੱਖਾਂ ਨੂੰ ਹਕਾਰ ਸੱਦ ਕੇ ਤੇ ਦਿੰਦੇ ਆ ਸਤਿਗੁਰੂ ਜੀ ਸਿਰੋਂ ਪਾਓ ਤਥਾ ਪ੍ਰਸ਼ਾਦ ਦਿੰਦੇ ਐ। ਕਰ ਕਰ ਬੰਧਨ ਸਦਨ ਸਿਧਾਰਤ। ਸਤਿਗੁਰਾਂ ਕੋਲੋਂ ਵਿਦਾਇਗੀ ਲੈ ਕੇ ਗੁਰੂ ਚਰਨਾਂ ਤੇ ਬੰਦਨਾ ਕਰਕੇ ਨਮਸਕਾਰਾਂ ਕਰਕੇ ਆਪੋ ਆਪਣੇ ਸਦਨ ਆਪੋ ਆਪਣੇ ਘਰਾਂ ਨੂੰ ਜਾਂਦੇ ਐ। ਨਿਤ ਅਨੇਕ ਆਵਤ ਗਨ ਜਾਤ। ਨਿਤ ਪ੍ਰਤੀ ਹਮੇਸ਼ਾ ਅਨੇਕਾਂ ਹੀ ਦਰਸ਼ਨਾਂ ਨੂੰ ਆਉਂਦੇ ਵੀ ਹੈ ਨਵੇਂ ਗੁਰਸਿੱਖ, ਤੇ ਜਿਹੜੇ ਦਰਸ਼ਨ ਕਰਨ ਆਏ ਹੁੰਦੇ ਆ
ਉਹ ਦਰਸ਼ਨ ਕਰਕੇ ਫਿਰ ਵਿਦਾ ਲੈ ਕੇ ਸਤਿਗੁਰਾਂ ਕੋਲੋਂ ਪ੍ਰਸ਼ਾਦ ਲੈ ਕੇ ਤੇ ਫਿਰ ਜਾਂਦੇ ਐ। ਸਭ ਦੇਸ਼ਨ ਮਹਿ ਭੇ ਬਖਿਆਤ। ਸਾਰੇ ਦੇਸ਼ਾਂ ਦੇ ਵਿੱਚ ਹੀ ਵਖਿਆਤ ਪ੍ਰਗਟ ਹੋ ਗਏ ਪਾਤਸ਼ਾਹ ਕਲਗੀਧਰ ਜੀ। ਦਸਮੋ ਪਾਤਸ਼ਾਹ ਗੁਰ ਹੋਇਓ। ਕਿ ਹੁਣ 10ਵੇਂ ਪਾਤਸ਼ਾਹ ਗੁਰਤਾ ਸਿੰਘਾਸਨ ਤੇ ਵਿਰਾਜਮਾਨ ਹੋ ਗਏ ਹੈ। ਹੁਣ ਗੁਰਤਾ ਆਸਨ ਦੇ ਉੱਪਰ 10ਵੇਂ ਸਰੂਪ ਗੁਰੂ ਨਾਨਕ ਦੇਵ ਜੀ ਦੇ ਸ਼ਿਸ਼ੋਭਤ ਹਨ। ਇਹ ਸਾਰੀ ਸੰਗਤ ਵਿੱਚ ਵਿਦਿਤ ਹੋ ਗਿਆ, ਪ੍ਰਗਟ ਹੋ ਗਿਆ। ਪੇਤਾ ਸਿਰ ਦੇ ਤੁਰਕਨ ਘਰ ਖੋਇਓ। ਤੇ ਇਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਜੀ ਦੇ ਪਿਤਾ ਜੀ ਨੇ ਆਪਣਾ ਸੀਸ ਦੇ ਕੇ ਤੁਰਕਨ ਘਰ ਖੋਇਓ। ਤੁਰਕਾਂ ਦਾ ਘਰ ਜਿਹੜਾ ਉਹ ਖੋਇਓ ਕਹੀਏ ਨਾਸ ਕਰ ਦਿੱਤਾ ਹੈ। ਸਾਗਰਾਂਤ ਲਗ ਅਵਨੀ ਸਾਰੀ। ਸਾਗਰਾਂਤ ਨਾਮ ਸਮੁੰਦਰ ਦੇ ਅੰਤ ਤੱਕ, ਜਿੱਥੋਂ ਤੱਕ ਇਹ ਅਵਨੀ ਹੈ, ਜਿੱਥੋਂ ਤੱਕ ਪ੍ਰithvi ਹੈ, ਸਮੁੰਦਰ ਤਥਾ ਸਮੁੰਦਰ ਦੇ ਵਿੱਚ ਜਿਹੜੇ ਟਾਪੂ ਆਦਿ ਹਨ ਉੱਥੋਂ ਤੱਕ। ਔਰ ਗ੍ਰਾਮਨ ਜਹ ਸਿੱਖੀ ਧਾਰੀ। ਛੋਟੇ ਵੱਡੇ ਨਗਰ ਜਿੱਥੇ ਜਿੱਥੇ ਵੀ ਗੁਰਾਂ ਦੀ ਸਿੱਖੀ ਜਿਹੜੀ ਹੈ ਉਹ ਵਿਦਤ ਹੈ, ਜਿੱਥੇ ਜਿੱਥੇ ਵੀ ਗੁਰਾਂ ਦੀ ਸਿੱਖੀ ਜਿਹੜੀ ਆ ਉਹ ਸਿੱਖਾਂ ਧਾਰਨ ਕੀਤੀ ਹੋਈ ਹੈ। ਸੁਣ ਸਭ ਕੋ ਚਿਤ ਚੌਂਪ ਉਮੰਗੀ। ਸੁਣ ਸਾਰਿਆਂ ਦੇ ਚਿੱਤ ਵਿੱਚ ਬੜੀ ਉਮੰਗ, ਬੜੀ ਚੌਂਪ, ਬੜੀ ਇੱਛਾ ਪੈਦਾ ਹੁੰਦੀ ਹੈ ਗੁਰੂ ਦਰਸ਼ਨਾਂ ਦੀ। ਬ੍ਰਿੰਦਨ ਬ੍ਰਿੰਦ ਆਏ ਸਤ ਸੰਗੀ। ਇਹ ਬ੍ਰਿੰਦਰ ਬ੍ਰਿੰਦ ਝੁੰਡਾਂ ਦੇ ਝੁੰਡ ਭਾਵ ਵੱਡੀ ਗਿਣਤੀ ਵਿੱਚ ਬਹੁਤ ਵੱਡੇ ਟੋਲੇ ਜਥਿਆਂ ਦੇ ਰੂਪ ਦੇ ਵਿੱਚ ਸੰਗਤਾਂ ਜਿਹੜੀਆਂ ਉਹ ਗੁਰੂ ਹਜ਼ੂਰੀ ਦੇ ਵਿੱਚ ਪਹੁੰਚਦੀਆਂ ਹਨ। ਇੱਕ ਆਵਤ ਮਿਲਤੇ ਇੱਕ ਜਾਤੇ। ਇੱਕ ਆਉਂਦੇ ਆ ਗੁਰਾਂ ਦੀ ਹਜ਼ੂਰੀ ਦੇ ਵਿੱਚ, ਭੇਟਾਵਾਂ ਅਰਪਣ ਕਰਦੇ ਐ, ਨਤਮਸਤਕ ਹੁੰਦੇ ਐ, ਗੁਰਾਂ ਦੇ ਮੁਬਾਰਕ ਦਰਸ਼ਨ ਪ੍ਰਾਪਤ ਕਰਦੇ ਐ, ਸਤਿਗੁਰਾਂ ਕੋਲੋਂ ਬਖਸ਼ਿਸ਼ਾਂ ਲੈਂਦੇ ਵੀ ਐ, ਉਪਦੇਸ਼ ਪ੍ਰਾਪਤ ਕਰਦੇ ਐ, ਫਿਰ ਵਿਦਾ ਹੋ ਜਾਂਦੇ ਐ। ਹੋਰ ਆਉਂਦੇ ਆ ਉਹ ਵੀ ਇਸੇ ਤਰ੍ਹਾਂ। ਚਿਤ ਪ੍ਰਸੰਨ ਬੂਝਤ ਗੁਰ ਬਾਤੇ। ਤੇ ਪ੍ਰਸੰਨ ਚਿੱਤ ਦੇ ਨਾਲ ਸਤਿਗੁਰੂ ਜੀ ਪੁੱਛਦੇ ਆ ਸਾਰੀ ਸੰਗਤ ਦੇ ਤਾਈਂ, ਜੋ ਵੀ ਕੋਈ ਆਉਂਦਾ ਸਭ ਨੂੰ ਪੁੱਛਦੇ ਆ ਭਾਈ ਸੁਖ ਕਲਿਆਣ ਹਰ ਤਰ੍ਹਾਂ ਨਾਲ ਆਨੰਦ ਮੰਗਲ ਹੈ। ਇਹ ਸੰਗਤਾਂ ਆਪਣੀ ਸੁਖ ਕਲਿਆਣ ਦੱਸਦੀਆਂ ਤੇ ਸਤਿਗੁਰਾਂ ਦੇ ਕੋਲੋਂ ਆਪਣੇ ਮਨ ਦੀ ਸੁਖ ਕਲਿਆਣ ਜਿਹੜੀ ਹੈ ਉਹਦਾ ਉਪਦੇਸ਼ ਮੰਗਦੀ ਹੈ ਸੰਗਤ। ਤੇ ਗੁਰਦੇਵ ਪਾਤਸ਼ਾਹ ਦਿੰਦੇ ਆ ਨਾਮ ਸਿਮਰਨ ਬਾਣੀ ਦਾ। ਭਨਤ ਸੁਜਸ ਇੱਕ ਸੁਨਤ ਆਨੰਦਤ। ਇੱਕ ਸਤਿਗੁਰਾਂ ਦਾ ਉਜਵਲ ਜਸ ਕਰਦੇ ਆ ਗੁਰਸਿੱਖ। ਇੱਕ ਗੁਰਸਿੱਖ ਜਿਹੜੇ ਆ ਗੁਰਾਂ ਦਾ ਉਜਵਲ ਜਸ ਸੁਣਦੇ ਆ। ਸਿਮਰ ਸਿਮਰ ਪਗ ਪੰਕਜ ਬੰਦਤ। ਇਹ ਗੁਰਾਂ ਨੂੰ ਸਿਮਰ ਸਿਮਰ ਕੇ ਯਾਦ ਕਰ ਕਰਕੇ ਗੁਰਾਂ ਦੇ ਪਾਵਨ ਚਰਨਾਂ ਕਮਲਾਂ ਨੂੰ ਬੰਦ ਦੇ ਭਾਵ ਨਮਸਕਾਰਾਂ ਕਰਦੇ ਆ ਗੁਰਸਿੱਖ। ਧੀਰਜ ਧਰਨੀ ਕੇ ਸਮ ਧਰਨੀ। ਸਤਿਗੁਰਾਂ ਵਿੱਚ ਧੀਰਜ ਜਿਹੜੀ ਹੈ ਉਹ ਧਰਤੀ ਦੀ ਨਿਆਈ ਵੱਡੀ ਧੀਰਜ ਹੈ। ਅਜ਼ਮਤ ਸਿੰਧ ਅਜਰਨੀ ਜਰਨੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਮਹਿਮਾ ਕਰਦੇ ਆ ਕਿ ਸਤਿਗੁਰਾਂ ਵਿੱਚ ਜਿਹੜੀ ਧੀਰਜ ਹੈ ਉਹ ਐਸੀ ਧਾਰਨ ਕੀਤੀ ਹੈ ਗੁਰਾਂ ਜਿਵੇਂ ਧਰਤੀ ਵਿੱਚ ਧੀਰਜ ਹੁੰਦੀ ਹੈ। ਤੇ ਅਜਮਤ ਕਰਾਮਾਤ ਏਡੀ ਵੱਡੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਵਿੱਚ ਕਿ ਸਮੁੰਦਰ ਵੱਤ ਜਿਹੜੀ ਅਜਰਨੀ ਨਾ ਜਰੀ ਜਾਣ ਵਾਲੀ ਪਰ ਉਹ ਵੀ ਸਤਿਗੁਰਾਂ ਜਰੀ ਹੈ। ਆਸ ਕਰਨੀ ਕਿਸ ਔਰ। ਅਜਿਹੀ ਕਰਨੀ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀਤੀ ਹੈ ਕਰਨੀ ਉਹ ਹੋਰ ਕਿੰਨੇ ਕਰਨੀ ਹੈ ਭਾਵ ਨਹੀਂ ਕਰ ਸਕਦਾ। ਇਹ ਤਾਂ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ ਨਾਮ ਹੋਰ ਕਿਸੇ ਨੇ ਨਾ ਕੀਤੀ ਹੈ ਤੇ ਨਾ ਹੀ ਕੋਈ ਕਰ ਸਕਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਜੈਸੀ ਕਰਨੀ। ਬਿਨ ਗੁਰ ਨਾਵ ਸੋਢੀ ਸਿਰ ਮੌਰ। ਸੋਢੀ ਕੁਲ ਦੇ ਸਿਰਮੌਰ ਨੌਵੇਂ ਪਾਤਸ਼ਾਹ ਲਸਾਨੀ ਸਤਿਗੁਰੂ ਜੀ ਹਨ। ਉਹਨਾਂ ਵਰਗੀ ਸ਼ਹਾਦਤ
ਕੋਈ ਦਵਤੀय ਉਹਨਾਂ ਵਰਗੀ ਕਰਨੀ ਕੋਈ ਦੂਸਰਾ ਨਹੀਂ ਕਰ ਸਕਦਾ। ਤੇਜ ਪੁੰਜ ਨੰਦਨ ਜਿਨ ਕੇਰੋ, ਜਿਨ੍ਹਾਂ ਦਾ ਪੁੱਤਰ ਤੇਜ ਦਾ ਪੁੰਜ ਹੈ। ਪੁੰਜ ਨਾਮ ਹੁੰਦਾ ਸਮੁਦਾਇ ਦਾ। ਜਿਨ੍ਹਾਂ ਦੇ ਪੁੱਤਰ ਵਿੱਚ ਸਮੂਹ ਤੇਜ ਭਾਵ ਤੇਜ ਦਾ ਪੁੰਜ ਹੈ, ਵੱਡਾ ਇਕੱਠ ਹੈ, ਜਾਂ ਇਉਂ ਕਹਿ ਲਈਏ ਤੇਜ ਦੇ ਮੁੱਢ ਹਨ। ਅਲਪ ਬੈਸ ਮਹਿ ਦਿਪਤ ਬਡੇਰੋ, ਅਲਪ ਛੋਟੀ ਉਮਰ ਵਿੱਚ ਹੀ ਜਿਨ੍ਹਾਂ ਦਾ ਤੇਜ ਪ੍ਰਤਾਪ ਦਿਪਤ ਰਿਹਾ, ਪ੍ਰਕਾਸ਼ ਰਿਹਾ। ਗੁਰ ਕੀ ਗਤ ਕੁਛ ਲਖੀ ਨਾ ਜਾਵੇ, ਸਤਿਗੁਰਾਂ ਦੀ ਗਤ ਚਾਲ ਮਰਜ਼ਾਦਾ ਕੁਝ ਲਖੀ ਨਹੀਂ ਜਾ ਸਕਦੀ। ਦੇਖ ਜਗਤ ਸਗਰੋ ਬਿਸਮਾਵੇ, ਸਾਰਾ ਜਗਤ ਵੇਖ ਵੇਖ ਗੁਰੂ ਕਰਨੀ ਤੋਂ ਹੈਰਾਨ ਹੁੰਦਾ ਹੈ। ਇਤਿਆਦਿਕ ਸਭ ਸੰਗਤ ਮਾਹੀ, ਇਤਿਆਦ ਸਾਰੀ ਸੰਗਤ ਦੇ ਵਿੱਚ ਹੋਤ ਵਾਰਤਾਲਾਪ ਮਹਾਹੀ, ਬਹੁਤ ਵਾਰਤਾਲਾਪ ਜਿਹੜੀ ਹੋ ਰਹੀ ਹੈ, ਬੜੀ ਗੁਰਾਂ ਦੀ ਮਹਿਮਾ ਦੇ ਬਚਨ ਬਲਾਸ ਸੰਗਤਾਂ ਵਿੱਚ ਹੋ ਰਹੇ ਹੈ। ਚੱਲੀ ਆਏ ਚੌਂ ਦਿਸ਼ ਤੇ ਸੰਗਤ, ਚਾਰ ਦਿਸ਼ਾਵਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਚਲੀਆਂ ਆਉਂਦੀਆਂ। ਆਨ ਆਨੰਦਪੁਰ ਉਤਰਹਿ ਪੰਗਤ, ਸ੍ਰੀ ਅਨੰਦਪੁਰ ਸਾਹਿਬ ਨਗਰੀ ਆ ਕੇ ਸੰਗਤਾਂ ਜਿਹੜੀਆਂ ਪੰਗਤ ਰੂਪ ਵਿੱਚ ਉਤਰਦੀਆਂ ਹਨ। ਵੱਡੀ ਭੀੜ ਜਬ ਹੋਏ ਜਾਏ, ਬਹੁਤ ਵੱਡੀ ਭੀੜਾ ਹੋ ਜਾਂਦੀ ਹੈ, ਸੰਗਤ ਦਾ ਵੱਡਾ ਇਕੱਠ ਹੋ ਜਾਂਦਾ ਹੈ। ਸਿੱਖ ਸਕੇਲਨ ਹੋਏ ਸਮੁਦਾਏ, ਵੱਡੀ ਗਿਣਤੀ ਵਿੱਚ ਸਿੱਖ ਇਕੱਤਰਤ ਹੋ ਜਾਂਦੇ ਹੈ। ਸੇਵਕ ਕਰਹਿ ਜਨਾਵਨ ਫੇਰ, ਫਿਰ ਸਤਿਗੁਰਾਂ ਨੂੰ ਆ ਕੇ ਸਿੱਖ ਦੱਸਦੇ ਆ ਜੀ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਆ ਪਹੁੰਚੀਆਂ ਤੁਹਾਡੇ ਦਰਸ਼ਨਾਂ ਦੀਆਂ ਇੱਛੁਕ। ਭਾਈ ਦਰਸ ਹਿਤ ਭੀੜ ਬਡੇਰ, ਆਪ ਜੀ ਦੇ ਦਰਸ਼ਨਾਂ ਵਾਸਤੇ ਬੜੀ ਵੱਡੀ ਭੀੜਾ ਹੋ ਗਈ ਹੈ। ਬਸਤਰ ਸ਼ਸਤਰ ਨਿਜ ਅੰਗ ਸਜਾਵਹਿ, ਤਾਂ ਸਤਿਗੁਰੂ ਜੀ ਆਪਣੇ ਅੰਗਾਂ ਤੇ ਸ਼ਸਤਰ ਬਸਤਰ ਸਜਾਉਂਦੇ ਐ। ਖੜਗ ਧਨਖ ਸਾਰ ਧਾਰ ਕਰ ਆਵੈ, ਅਤੇ ਧਨਖ ਨੂੰ ਧਾਰਨ ਕਰਕੇ ਤੀਰ ਹੱਥ ਵਿੱਚ ਫੜਿਆ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਤੇ ਆਉਂਦੇ ਐ। ਵਹਿਰ ਸਿੰਘਾਸਨ ਪਰ ਥਿਰ ਹੋਏ, ਤੇ ਸਿੰਘਾਸਨ ਤੋਂ ਵਹਿਰ ਸਿੰਘਾਸਨ ਬਾਹਰ ਖੁੱਲੇ ਪੰਡਾਲ ਵਿੱਚ ਆਸਨ ਲਾਉਂਦੇ ਐ ਤੇ ਆਸਨ ਤੇ ਫਿਰ ਆ ਕੇ ਸ਼ਿਸ਼ੋਭਤ ਹੁੰਦੇ ਐ। ਜਹ ਦਰਸਹਿ ਸੰਗਤ ਸਭ ਕੋਏ, ਤੇ ਸਾਰੀਆਂ ਸਿੱਖ ਸੰਗਤਾਂ ਫਿਰ ਆ ਕੇ ਗੁਰਾਂ ਦੇ ਦਰਸ਼ਨ ਕਰਦੀਆਂ। ਕਰਹਿ ਮੇਵੜਾ ਸਭ ਮਹਿ ਫੇਰਾ, ਤੇ ਮੇਵੜਾ ਸਿੱਖ ਸਾਰੀ ਸੰਗਤ ਵਿੱਚ ਫਿਰਦਾ। ਜਿੱਥੇ ਜਿੱਥੇ ਸੰਗਤਾਂ ਨੇ ਤੰਬੂ ਲਾਏ ਹੋਏ ਹੁੰਦੇ ਆ, ਅਨੰਦਪੁਰ ਸਾਹਿਬ ਨਗਰੀ ਪਹੁੰਚੀਆਂ ਸੰਗਤਾਂ, ਮੇਵੜਾ ਸਿੱਖ ਸਾਰੀ ਸੰਗਤ ਵਿੱਚ ਪਹੁੰਚ ਕੇ ਸਿੱਖ ਵਿਦੇਸ਼ਨ ਕੋ ਜਹ ਡੇਰਾ, ਜਿੱਥੇ ਵਿਦੇਸ਼ੀ ਸਿੱਖਾਂ ਦਾ ਪੜਾਅ ਲੱਗਾ ਹੋਇਆ ਹੁੰਦਾ ਉੱਥੇ ਪਹੁੰਚ ਕੇ ਸੰਗਤਾਂ ਨੂੰ ਸੂਚਿਤ ਕਰਦਾ ਹੈ। ਸਤਿਗੁਰ ਆਨ ਸਿੰਘਾਸਨ ਰਾਜੇ, ਇਹ ਭਾਈ ਗੁਰਸਿੱਖੋ ਸਤਿਗੁਰੂ ਜੀ ਸਿੰਘਾਸਨ ਤੇ ਆ ਕੇ ਰਾਜੇ ਕਹੀਏ ਸ਼ਿਸ਼ੋਭਤ ਹੋ ਗਏ। ਸਤਿਗੁਰੂ ਜੀ ਆਸਣ ਤੇ ਸਜ ਗਏ ਐ। ਜਿਨ ਕੇ ਦਰਸ ਵਿਗਨ ਅਗ ਭਾਜੇ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਸਾਰੇ ਜਿਹੜੇ ਵਿਘਨ ਹੈ ਉਹ ਭੱਜ ਜਾਂਦੇ, ਵਿਘਨ ਨਾਸ ਹੋ ਜਾਂਦੇ ਐ। ਅਬਿਲਾਖਤ ਸਭ ਚੱਲ ਕਰ ਆਵਹੋ, ਤੇ ਅਬਿਲਾਖੀ ਸਿੱਖ ਦਰਸ਼ਨਾਂ ਦੀ ਚਾਹਵਾਨ, ਦਰਸ਼ਨਾਂ ਦੀ ਇੱਛਾ ਰੱਖਣ ਵਾਲੇ ਆਓ ਭਾਈ ਗੁਰਾਂ ਦੇ ਆ ਕੇ ਦਰਸ਼ਨ ਕਰ ਲਓ। ਮਾਨਸ ਜਨਮ ਲਾਭ ਕਹੁ ਪਾਵਹੋ, ਇਹ ਮਨੁੱਖਾ ਜਨਮ ਦਾ ਇਹੀ ਲਾਭ ਹੈ ਤੇ ਲਾਭ ਪ੍ਰਾਪਤ ਕਰੋ ਗੁਰਾਂ ਦੇ ਦਰਸ਼ਨ ਕਰਕੇ। ਹਿਰਦੇ ਕਾਮਨਾ ਜੇ ਕਿਮ ਧਰੋ, ਜਿਸ ਵੀ ਤਰ੍ਹਾਂ ਦੀ ਕਾਮਨਾ ਇੱਛਾ ਆਪਣੇ ਮਨ ਵਿੱਚ ਧਾਰਨ ਕਰਦੇ ਹੋ, ਭਨਹੁ ਬੇਨਤੀ ਪੂਰਨ ਕਰੋ। ਸਤਿਗੁਰਾਂ ਕੋ ਬੇਨਤੀਆਂ ਕਰੋ ਤੇ ਸਤਿਗੁਰੂ ਜੀ ਸਾਰਿਆਂ ਦੀਆਂ ਕਾਮਨਾਵਾਂ ਇੱਛਾਵਾਂ ਪੂਰਨ ਕਰਨਗੇ। ਏਮ ਸੁਧ ਸਭ ਕੋ ਦੇਤ ਸੁਨਾਏ, ਇਸ ਤਰ੍ਹਾਂ ਮੇਵੜਾ ਸਿੱਖ ਸਾਰੀ ਸੰਗਤ ਨੂੰ ਜਾ ਕੇ ਗੁਰਾਂ ਦੇ ਖੁੱਲੇ ਸਜੇ ਪੰਡਾਲ ਦੀ ਸੂਚਨਾ ਦਿੰਦਾ ਹੈ। ਅਨੁਰਾਗੀ ਸੁਨ ਹੋਏ ਚਿਤ ਚਾਏ, ਅਨੁਰਾਗੀ ਪ੍ਰੇਮੀ ਸਿੱਖ ਜਿਨ੍ਹਾਂ ਦੇ ਮਨ ਵਿੱਚ ਬੜਾ ਚਾਅ ਪੈਦਾ ਹੁੰਦਾ ਹੈ ਸੁਣ ਕੇ,
ਨੀਕੀ ਵਸਤ ਆਦ ਜੇ ਦਰਬਾਰ। ਧਨ ਆਦ ਹੋਰ ਸੋਹਣੀਆਂ ਵਸਤੂਆਂ ਭੇਟਾਵਾਂ ਜੋ ਗੁਰੂ ਚਰਨਾਂ ਵਿੱਚ ਅਰਪਣ ਵਾਸਤੇ ਲਿਆਂਦੀਆਂ। ਲੈ ਲੈ ਪਹੁੰਚਹਿ ਗੁਰ ਢਿਗ ਸਰਬਾ। ਸਤਿਗੁਰਾਂ ਦੇ ਕੋਲ ਲੈ ਲੈ ਕੇ ਪਹੁੰਚਦੀਆਂ ਸੰਗਤਾਂ ਅਰਪ ਅਰਪ ਕਰ ਕਰਹਿ ਪ੍ਰਣਾਮ। ਗੁਰੂ ਚਰਨਾਂ ਦੇ ਉੱਤੇ ਅਰਪਣ ਕਰ ਕਰਕੇ ਪ੍ਰਣਾਮ ਗੁਰਾਂ ਨੂੰ ਨਮਸਕਾਰਾਂ ਕਰਦੀਆਂ ਸੰਗਤਾਂ। ਪਗ ਪੰਕਜ ਗੁਰ ਕੇ ਅਬਿਰਾਮ। ਗੁਰਾਂ ਦੇ ਅਬਿਰਾਮ ਨਾਮ ਸੁੰਦਰ ਸ਼੍ਰੀ ਚਰਨਾਂ ਕਮਲਾਂ ਦੇ ਉੱਪਰ। ਸੁੰਦਰ ਬਦਨ ਇੰਦ ਮਾਨਿੰਦ। ਸਤਿਗੁਰਾਂ ਦਾ ਮੁਖਾਰਬਿੰਦ ਜਿਹੜਾ ਉਹ ਚੰਦਰਮਾ ਦੀ ਨਿਆਈ ਸ਼ੋਭਾ ਪਾਉਂਦਾ ਸੁੰਦਰ। ਬਿਕਸਿਓ ਕਿਦੋਂ ਭੋਰ ਅਰਬਿੰਦ। ਜਾਂ ਫਿਰ ਮਾਨੋ ਸਵੇਰ ਦਾ ਅਰਬਿੰਦ ਕਮਲ ਜਿਹੜਾ ਉਹੀ ਖਿੜਿਆ ਹੋਇਆ ਹੈ। ਕਰ ਦਰਸ਼ਨ ਕੋ ਲਹਿਤ ਆਨੰਦ। ਦਰਸ਼ਨ ਕਰ ਕਰ ਸੰਗਤਾਂ ਆਨੰਦਿਤ ਹੁੰਦੀਆਂ। ਹਰੇ ਰਹਿ ਕੋ ਜੋਗ ਕਰ ਬੰਦ। ਤੇ ਕੋਈ ਦੋਨੋਂ ਹੱਥ ਜੋੜ ਕੇ ਖਲੋ ਕੇ ਦਰਸ਼ਨ ਕਰ ਰਹੇ ਹੈ। ਗੀਤਕ ਆਏ ਸ ਪਾਏ ਮੁਕੰਦ। ਕਈ ਮੁਕਤੀ ਦਾ ਤੇ ਸਤਿਗੁਰਾਂ ਦੀ ਆਗਿਆ ਪਾ ਕੇ ਬੈਠੈ ਨਿਕਟ ਮਸੰਦ ਬਿਲੰਦ। ਬਿਲੰਦ ਵੱਡੇ ਮਸੰਦ ਜਿਹੜੇ ਆ ਉਹ ਨਿਕਟ ਕੋਲ ਬੈਠਦੇ ਆ। ਇਸ ਤਰ੍ਹਾਂ ਸਤਿਗੁਰਾਂ ਦਾ ਖੁੱਲ੍ਹਾ ਦੀਵਾਨ ਸਜਦਾ। ਸਜਦਾ ਕਿੱਥੇ? ਜਿੱਥੇ ਦਮਦਮਾ ਸਾਹਿਬ ਸਥਾਨ ਬਣਿਆ ਹੋਇਆ। ਭੋਰਾ ਸਾਹਿਬ ਦੇ ਨਿਕਟ ਸਤ ਸੰਗਤ ਤੋਂ ਪਵਿੱਤਰ ਸਥਾਨ ਹੈ, ਜਿੱਥੇ ਸਤਿਗੁਰਾਂ ਨੂੰ ਗੁਰਤਾ ਦਾ ਤਿਲਕ ਵੀ ਹੋਇਆ। ਉੱਥੇ ਸਤਿਗੁਰੂ ਜੀ ਖੁੱਲ੍ਹਾ ਪੰਡਾਲ ਸਜਾਉਂਦੇ ਆ। ਸੀਸਗੰਜ ਸਾਹਿਬ ਤੋਂ ਖੱਬੇ ਪਾਸੇ ਨੂੰ ਭੋਰਾ ਸਾਹਿਬ ਸਥਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਤੇ ਭੋਰਾ ਸਾਹਿਬ ਦੇ ਨਿਕਟ ਹੀ ਜਿਹੜਾ ਹੈ ਉਹ ਦਮਦਮਾ ਸਾਹਿਬ ਸਥਾਨ ਬਣਿਆ ਹੋਇਆ। ਕਲਗੀਧਰ ਪਾਤਸ਼ਾਹ ਜੀ ਦਾ ਸਥਾਨ ਹੈ। ਤੇ ਉੱਥੇ ਨਾਲੇ ਤੇ ਗੁਰਤਾ ਤਿਲਕ ਹੋਇਆ ਸਤਿਗੁਰਾਂ ਦਾ। ਤੇ ਉੱਥੇ ਪੰਡਾਲ ਸਜਾਉਂਦੇ ਆ। ਰੋਜ਼ ਵੀ ਸਤਿਗੁਰੂ ਜੀ ਸਜਦੇ ਆ, ਕਿੰਤੂ ਜਦ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਹੋ ਜਾਂਦਾ ਫਿਰ ਬਹੁਤ ਵੱਡਾ ਜਿਹੜਾ ਪੰਡਾਲ ਹੈ ਉਹ ਸਤਿਗੁਰੂ ਜੀ ਉੱਥੇ ਸਜਾਉਂਦੇ ਆ। ਤੇ ਸਿੱਖ ਸੰਗਤਾਂ ਪਹੁੰਚਦੀਆਂ ਗੁਰੂ ਆਪਣੇ ਮੁਬਾਰਕ ਦਰਸ਼ਨ ਦੇ ਕੇ ਸਾਰੀ ਸੰਗਤ ਨੂੰ ਕਿਰਤਾਰਥ ਨਿਹਾਲ ਕਰਦੇ ਆ। ਜਿਸ ਜਿਸ ਤਰ੍ਹਾਂ ਦੀਆਂ ਕਾਮਨਾਵਾਂ ਲੈ ਕੇ ਸੰਗਤਾਂ ਪਹੁੰਚੀਆਂ ਹੁੰਦੀਆਂ ਸਾਰਿਆਂ ਦੀਆਂ ਭੇਟਾਵਾਂ ਅੰਗੀਕਾਰ ਕਰਦੇ ਆ। ਸਭ ਨੂੰ ਸਤਿਗੁਰੂ ਜੀ ਮਨੋਵਾਂਛਿਤ ਵਰਾਂ ਦੀਆਂ ਦਾਤਾਂ ਦੇ ਕੇ ਤੇ ਸਭ ਦੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਕਰਦੇ ਆ ਪਾਤਸ਼ਾਹ। ਸੋ ਸਾਧ ਸੰਗਤ ਲੜੀਵਾਰ ਕਥਾ ਵਿਚਾਰ ਦੀ ਇੱਥੇ ਸਮਾਪਤੀ ਕਰਦੇ ਹਾਂ। ਤੁਛ ਬੁੱਧੀ ਦਾਸ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮੱਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਕਰਨ। ਗੀਤਕ ਆਏ ਸ ਪਾਏ ਮੁਕੰਦ। ਬੈਠਹਿ ਨਿਕਟ ਮਸੰਦ ਬਿਲੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।